Anand Music presents वाहे गुरु 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 तेरा सब सदका वाहे गुरु तेरी सब रचना वाहे गुरु 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 मिठ बोलड़ा जी मिठ बोलड़ा हर सज्जन स्वामी मोरा मिठ बोलड़ा जी मिठ बोलड़ा हिंदू जो कि गौवां नूं अपनी मां मानते ने ते पूजा करते ने। इसे वास्ते हिंदुओं ने बहुत सारी जगहों ते गौशाला खोल रखिया ने। पर की तुसी जानते हो कि पंजाब विच भी एक बहुत वड्डी गौशाला है जिसकी देख रेख ते साम संभाल सिख करते हैं। जे मंगना सिर दुखा के दुख जो कि एक बहुत ही इंटरेस्टिंग ते बहुत ही दिलचस्प गल है। ते क्यों ना आप इस गौशाला की इतिहासिक कहानी बारे कुछ जानिए। दुखा के दुख तेरे नाम संतोखिया क्योंकि ये गौशाला बाबा बकाला साहिब विच है, इसीलिए सब तो पहला सानू बाबा बकाला साहिब जी का इतिहास जानना जरूरी है। संतोखिया तेरे मन की पोख वाहे गुरु 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 वाहे बाबा बकाला साहिब जलंधर ते अमृतसर के विचकार एक छोटा जिहा नगर है। ये नगर छोटा जरूर है पर छोटा होने के बावजूद भी इस नगर की इतिहासिक महत्ता उन्नी ही वड्डी है। वाहेगुरु जी का खालसा वाहेगुरु जी की फतेह। प्यारी साध संगत जीओ, जिस पवित्र स्थान के उत्ते आप जी इस वक्त सतगुरु जी के दर के हाजिर पा रहे हो। ये पवित्र स्थान श्री गुरु हरगोबिंद साहिब जी महाराज जी वालों वरसाया हुआ नगर है और बहुत पुरातन जो साडी संस्कृति है ਉਹਦੇ ਵਿੱਚ इस नगर का नाम बकवाला सी। पहला बकवाले का भाव कि बक का अर्थ होंदा हिरन, क्योंकि इत्थे ब्यासा दरिया जिहड़ा बहुत नज़दीक वगदा सी। ये सारी जिहड़ी जगह बड़ी रमणीक सी, बहुत ज़्यादा इत्थे जो जंगल का इलाका सी। इहदे विच बहुत ज़्यादा हिरन आदि जानवर जिहड़े आ रहिंदे सी। ते उस पुरातन समय दे विच जिहड़ा नगर है इहदा नाम बकवाला पै गया और एक उच्चे थे दे उत्ते नगर वसिया होया सी। ये नगर खास करके भुल्लर गोत दे नाल संबंध रखता है और बकवाला नगर बड़ा लंबा समा प्रचलित रहा है। उस तो बाद ये नगर दे विच श्री गुरु हरगोबिंद साहिब जी महाराज जो 6वें पातशाह
ਉਹਨਾਂ ਦੀ ਸ਼ਾਦੀ ਵੀ ਇਸ ਨਗਰ ਦੇ ਵਿੱਚ ਹੋਈ ਹੈ। ਸਾਡੇ ਸਤਿਕਾਰਯੋਗ ਮਾਤਾ ਨਾਨਕੀ ਜੀ ਉਹਨਾਂ ਦਾ ਨਾਮ ਹੈ। ਇੱਕ ਬੇਬੇ ਨਾਨਕੀ ਜੀ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਭੈਣ ਜੀ ਸਨ। ਦੂਸਰੇ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਤੀਸਰੇ ਮਹਿਲ ਸਨ। ਪਹਿਲੇ ਮਹਿਲ ਮਾਤਾ ਦਮੋਦਰੀ ਜੀ, ਦੂਜੇ ਮਹਿਲ ਮਾਤਾ ਮਰਵਾਈ ਜੀ, ਤੀਸਰੇ ਮਹਿਲ ਮਾਤਾ ਨਾਨਕੀ ਜੀ ਸਨ ਜੋ ਬਾਬਾ ਬਕਾਲਾ ਸਾਹਿਬ ਦੇ ਵਸਨੀਕ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਨ ਦਾ ਬੜਾ ਲੰਬਾ ਸਮਾਂ ਜੇ ਕਹਿ ਲਈਏ ਕਿ ਕਲਯੁਗ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਭਗਤੀ ਜਿਹੜੀ ਹੈ ਉਹ ਸਰੀਰ ਕਰਕੇ ਜੇ ਕਿਤੇ ਕੀਤੀ ਗਈ ਇਸ ਧਰਤੀ ਦੇ ਉੱਤੇ ਤੇ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਕੀਤੀ ਗਈ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 26 ਸਾਲ 9 ਮਹੀਨੇ 13 ਦਿਨ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੀਨ ਰਹੇ। ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਭੂਰਾ ਸਾਹਿਬ ਜੋ 9 ਮੰਜ਼ਲਾ ਅੱਜ ਸੁਸ਼ੋਭਿਤ ਹੈ, ਇੱਥੇ ਸਤਿਗੁਰੂ ਜੀ ਨੇ ਅੰਦਰ ਭੂਰਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਵਿੱਚ ਬੈਠ ਕੇ ਪ੍ਰਭੂ ਦੀ ਭਗਤੀ ਕੀਤੀ ਹੈ। ਇੱਥੋਂ ਹੀ ਜਦੋਂ ਭਾਈ ਮੱਖਣ ਸ਼ਾਹ ਜੀ ਜਿਹੜੇ ਗੁਰੂ ਘਰ ਦੇ ਆਨੰਦ ਸੇਵਕ ਸਨ ਉਹ ਗੁਰੂ ਘਰ ਦੇ ਵਿੱਚ ਆਉਂਦੇ ਨੇ, ਨੇਮੀ ਪ੍ਰੇਮੀ ਹੈ ਜਿਵੇਂ ਭਾਈ ਮੇਰਾ ਜੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਸ ਨਗਰ ਦੇ ਖੁਸ਼ਹਾਲੀ ਬੜੀ ਹਰ ਪੱਖ ਤੋਂ, ਜਿੱਥੇ ਇੱਥੋਂ ਦਾ ਮਾਹੌਲ ਜਿਹੜਾ ਹੈ ਇਹ ਜੰਗਲੀ ਇਲਾਕਾ ਹੋਣ ਕਰਕੇ ਬੜਾ ਰਮਣੀਕ ਹੈ। ਉੱਚੇ ਥੇ ਦੇ ਉੱਤੇ ਨਗਰ ਵਸਿਆ ਹੋਇਆ ਹੈ। ਤੇ ਸਾਧ ਸੰਗਤ ਜੀ ਉਹ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨਗਰ ਦੇ ਵਿੱਚ ਭਗਤੀ ਕਰ ਰਹੇ ਨੇ ਕਿਸੇ ਨੂੰ ਪਤਾ ਨਹੀਂ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਸ ਵਕਤ ਜੋਤੀ ਜੋਤ ਸਮਾਉਣ ਲੱਗੇ ਤੇ ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਕਿ ਪਾਤਸ਼ਾਹ ਤੁਸੀਂ ਸੱਚਖੰਡ ਬਰਾਜਣ ਲੱਗੇ ਹੋ, ਤੁਹਾਡੇ ਤੋਂ ਬਾਅਦ ਹੁਣ ਗੁਰਤਾ ਗੱਦੀ ਤੇ ਕੌਣ ਸੁਭਾਈਮਾਨ ਹੋਣਗੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲ ਇਸ਼ਾਰਾ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਹਿਣ ਲੱਗੇ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਹੁਣ ਸਿੱਖ ਸੰਗਤਾਂ ਇੱਥੇ ਪਹੁੰਚੀਆਂ। ਇੰਨੇ ਚਿਰ ਨੂੰ ਸਾਧ ਸੰਗਤ ਜੀ ਕੀ ਬਣਿਆ ਹੈ, ਇਹ ਜਿਹੜਾ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਜਿਨ੍ਹਾਂ ਦਾ ਨਾਮ ਧੀਰਮਲ ਹੈ ਇਤਿਹਾਸ ਵਿੱਚ ਆਇਆ ਹੈ, ਉਹਨਾਂ ਦਾ ਡੇਰਾ ਇੱਥੋਂ ਥੋੜ੍ਹੀ ਦੂਰ ਕਰਤਾਰਪੁਰ ਦੇ ਵਿੱਚ ਸੀ। ਉਹਨਾਂ ਨੂੰ ਪਤਾ ਲੱਗਿਆ ਕਿਉਂਕਿ ਉਹਨਾਂ ਦੀ ਸੂਹ ਸੀ ਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਆ ਇਹ ਸਾਨੂੰ ਖਬਰ ਮਿਲਣੀ ਚਾਹੀਦੀ ਆ ਵੀ ਕਿਵੇਂ ਉਹ ਜੋਤੀ ਜੋਤ ਸਮਾਏ ਆ, ਜਾਣ ਲੱਗੇ ਕੀ ਕਹਿ ਕੇ ਗਏ ਆ। ਤੇ ਉਹਦੇ ਸੂਹੀਆਂ ਨੇ ਆ ਕੇ ਖਬਰ ਦੇ ਦਿੱਤੀ ਤੇ ਉਸ ਵਕਤ ਧੀਰਮਲ ਨੇ ਇੱਥੇ ਬਾਬਾ ਬਕਾਲਾ ਸਾਹਿਬ ਦੇ ਚਾਰ ਸਵੇਰੇ ਆ ਕੇ ਆਪਣਾ ਡੇਰਾ ਜਮਾ ਲਿਆ। ਉਹਦੇ ਬਾਅਦ ਕਿਹਾ ਗਿਆ ਤੇ ਜਿਸ ਵਕਤ ਉੱਥੋਂ ਸਿੱਖ ਸੰਗਤਾਂ ਆਈਆਂ ਦਿੱਲੀ ਦੇ ਵਿੱਚੋਂ ਬਾਬਾ ਬਕਾਲਾ ਸਾਹਿਬ ਇੱਥੇ ਵੇਖਿਆ ਕਿ ਗੁਰੂ ਤਾਂ ਇੱਕ ਹੀ ਹੋਣਾ ਹੈ ਪਰ ਇੱਥੇ ਤਾਂ 22 ਬਣੇ ਬੈਠੇ ਆ। ਤੇ ਉਹਨਾਂ ਦੇ ਮਨ ਦੇ ਵਿੱਚ ਤੌਖਲਾ ਵੀ ਆਇਆ ਪਰ ਉਹਨਾਂ ਨੂੰ ਪਤਾ ਸੀ ਕਿ ਇਸ਼ਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਹੋਇਆ। ਉਹਨਾਂ ਸਿੱਖਾਂ ਨੇ ਭੋਰਾ ਸਾਹਿਬ ਦੇ ਵਿੱਚ ਆ ਕੇ ਮਾਤਾ ਨਾਨਕੀ ਜੀ ਦੇ ਨਾਲ ਬਚਨ ਕੀਤਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ। ਉਹਨਾਂ ਨੇ ਜਾਣ ਤੋਂ ਪਹਿਲਾਂ ਬਚਨ ਉਚਾਰਨ ਕੀਤੇ ਨੇ ਤੇ ਤੁਹਾਡਾ ਹੁਣ ਕੀ ਅਗਲਾ ਸਾਨੂੰ ਦੱਸੋ ਹੁਕਮ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਿਆ ਗਿਆ ਕਿ ਸਤਿਗੁਰੂ ਜੀ ਇਹ ਸੰਗਤਾਂ ਆਈਆਂ ਹੈ ਗੁਰਤਾ ਗੱਦੀ ਦਾ ਸਾਜੋ ਸਮਾਨ ਲਿਆਈਆਂ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਚਨ ਕਰ ਦਿੱਤਾ, ਕਹਿਣ ਲੱਗੇ ਸਿੱਖੋ ਅਜੇ ਸਮਾਂ ਨਹੀਂ ਆਇਆ, ਜਦੋਂ ਸਮਾਂ ਆਵੇਗਾ ਅਸੀਂ ਗੁਰਤਾ ਗੱਦੀ ਤੇ ਸੁਭਾਏਮਾਨ ਹੋਵਾਂਗੇ। ਸਾਧ ਸੰਗਤ ਜੀ ਉਸ ਵਕਤ ਜਿਸ ਸਤਿਗੁਰੂ ਜੀ ਨੇ ਪ੍ਰਗਟ ਹੋਣਾ ਸੀ ਉਹ ਸਤਿਗੁਰੂ ਜੀ ਭੋਰਾ ਸਾਹਿਬ ਦੇ ਅੰਦਰ ਹੀ ਉਸੇ ਤਰ੍ਹਾਂ ਸੁਸ਼ੋਭਿਤ ਰਹੇ। ਉਹ ਜਿਹੜੇ ਸਿੱਖ ਸੀ ਉਹਨਾਂ ਨੂੰ ਆਗਿਆ ਦੇ ਦਿੱਤੀ ਕੁਝ ਸਮਾਂ ਉਡੀਕ ਕਰੋ। ਤਕਰੀਬਨ 4 ਮਹੀਨੇ ਦਾ ਸਮਾਂ ਬੀਤ ਗਿਆ। ਸੰਗਤਾਂ ਦੇ ਵਿੱਚ ਬੜੇ ਭਰਮ ਕਿਉਂਕਿ ਕਿਸੇ ਦੀ ਵੀ ਆਸਾ ਮਨਸਾ ਪੂਰੀ ਨਹੀਂ ਹੋ ਰਹੀ। ਪੂਰਾ ਗੁਰੂ ਜਿਹੜਾ ਹੈ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗੁਰੂ ਤੋਂ ਬਿਨਾ ਹਨੇਰਾ ਹੈ सतगुर बाजों गुर नहीं कोई निगुरे का है नाओ बुरा। ते साध संगत जी जे 100 चंदा उगवै सूरज चढ़े 1000 इते चानण होंदियां
ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਹਰ ਪਾਸੇ ਹਨੇਰਾ ਹੀ ਹਨੇਰਾ ਪਸਰਿਆ ਰਹਿੰਦਾ ਹੈ। ਸੰਗਤਾਂ ਦੇ ਵਿੱਚ ਹਾਹਾਕਾਰ ਮਚ ਗਈ ਹੈ ਕਿ ਹੁਣ ਸੱਚੇ ਗੁਰੂ ਕਿੱਥੋਂ ਲੱਭਾਂਗੇ, ਸੱਚੇ ਗੁਰੂ ਕਿਹੜੇ ਆ। ਤੇ ਸਾਧ ਸੰਗਤ ਜੀ ਸਮਾਂ ਆਪਣੀ ਕਰਵਟ ਲੈ ਰਿਹਾ ਹੈ ਤੇ ਭਾਈ ਮੱਖਣ ਸ਼ਾਹ ਜੀ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸਨ, ਉਹਨਾਂ ਦਾ ਬੇੜਾ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਅਰਦਾਸ ਕੀਤੀ ਹੈ, ਪਾਤਸ਼ਾਹ ਮੇਰਾ ਬੇੜਾ ਬੰਨੇ ਲਾਓ, ਮੈਂ ਤੁਹਾਡੇ ਦਰ ਦੇ ਉੱਤੇ ਦਸਵੰਧ ਦੀ ਰਕਮ ਭੇਟਾ ਕਰਾਂਗਾ, 500 ਮੋਹਰਾਂ ਸੋਨੇ ਦੀਆਂ ਭੇਟਾ ਕਰਾਂਗਾ। ਬੇੜਾ ਬੰਨੇ ਲੱਗ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੋਂ ਜਾ ਕੇ ਕਿਰਪਾ ਕੀਤੀ ਹੈ ਤੇ ਜਿਸ ਵਕਤ ਭਾਈ ਮੱਖਣ ਸ਼ਾਹ ਜੀ ਨੇ ਆਪਣਾ ਸਾਜੋ ਸਮਾਨ ਵੇਚਿਆ ਤੇ ਫਿਰ ਗੁਰੂ ਦੀ ਸੁਖਣਾ ਲਾਉਣ ਵਾਸਤੇ ਚੱਲ ਪਿਆ। ਸਾਧ ਸੰਗਤ ਜੀ ਜੇ ਅੱਜ ਦਾ ਸਮਾਂ ਹੁੰਦਾ ਤੇ ਹੋ ਸਕਦਾ ਹੈ ਕੋਈ ਕਹਿੰਦਾ ਮੈਂ ਥੋੜਾ ਜਿਹਾ ਹੋਰ ਵਪਾਰ ਕਰ ਲਵਾਂ, ਉਹਦੇ ਤੋਂ ਬਾਅਦ ਫਿਰ ਜਾ ਕੇ ਵੇਖਾਂਗੇ ਗੁਰੂ ਦੀ ਸੁਖਣਾ ਸੁੱਖ ਲਵਾਂਗੇ, ਕੋਈ ਗੱਲ ਨਹੀਂ। ਪਰ ਭਾਈ ਮੱਖਣ ਸ਼ਾਹ ਜੀ ਨੇ ਜਿਹੜੀ ਬੇਨਤੀ ਕੀਤੀ ਸੀ ਉਹ ਸਾਰਾ ਸਾਜੋ ਸਮਾਨ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਇੱਥੇ ਆ ਕੇ ਜਦੋਂ 22 ਪਖੰਡੀ ਵੇਖੇ ਬੈਠੇ, ਸਾਰਿਆਂ ਦੇ ਅੱਗੇ 2-2 ਮੋਹਰਾਂ ਰੱਖੀ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਧੀਰਮਲ ਦੇ ਪਾਸ ਸਨ, ਉਹਨਾਂ ਦੇ ਅੱਗੇ ਜਾ ਕੇ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਪਾਤਸ਼ਾਹ ਕਿਰਪਾ ਕਰੋ, ਤੁਸੀਂ ਮੇਰਾ ਬੇੜਾ ਬੰਨੇ ਲਾਇਆ ਹੈ, ਹੁਣ ਆਪਣੀ ਭੇਟਾ ਵੀ ਪ੍ਰਵਾਨ ਕਰੋ। ਤੇ ਗੁਰੂ ਸਾਹਿਬ ਨੇ ਉਸ ਵਕਤ ਕਿਰਪਾ ਕੀਤੀ ਤੇ ਜਿਸ ਵਕਤ ਭਾਈ ਮੱਖਣ ਸ਼ਾਹ ਜੀ ਬਾਈਆਂ ਦੀ ਆਸ ਲਾ ਕੇ ਇੱਥੇ ਪਹੁੰਚੇ ਨੇ, ਮਾਤਾ ਨਾਨਕੀ ਜੀ ਨੂੰ ਪੁੱਛਿਆ, ਕਹਿਣ ਲੱਗੇ ਕਿ ਮਾਤਾ ਜੀ ਇੱਥੇ ਕੋਈ ਹੋਰ ਵੀ ਗੁਰੂ ਹੈ ਨਾ? ਕਹਿਣ ਲੱਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ ਦੇ ਵਿੱਚ ਰਹਿੰਦੇ ਆ। ਕਹਿਣ ਲੱਗੇ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਸਤਿਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮੱਖਣ ਸ਼ਾਹ ਜੀ ਜਦੋਂ ਥੱਲੇ ਗਏ ਭੋਰੇ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਵੀ 5 ਮੋਹਰਾਂ ਰੱਖ ਦਿੱਤੀਆਂ। ਜਦੋਂ ਮੱਥਾ ਟੇਕਣ ਲੱਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲ ਪਏ, ਕਿਉਂਕਿ ਭਾਈ ਮੱਖਣ ਸ਼ਾਹ ਜੀ ਨੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਸੀ ਕਿ ਜਿਹੜਾ ਅਸਲੀ ਗੁਰੂ ਹੋਵੇਗਾ ਨਾ ਉਹ ਜ਼ਰੂਰ ਸਾਡੇ ਕੋਲੋਂ ਮੋਹਰਾਂ ਮੰਗ ਲਵੇਗਾ, ਆਪਣਾ ਜੋ ਦਸਵੰਧ ਦੀ ਰਕਮ ਹੈ ਮੰਗ ਲਵੇਗਾ। ਤੇ ਉਸ ਵਕਤ ਕੀ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਰ ਦਿੱਤੇ। ਕਹਿ ਲੱਗੇ ਭਾਈ ਮੱਖਣ ਸ਼ਾਹ ਜੀ ਤੁਸੀਂ ਇੰਨੀਆਂ ਮੋਹਰਾਂ ਸੁੱਖੀਆਂ ਸੀ, ਅੱਜ 5 ਦੇ ਨਾਲ ਹੀ ਗੁਜ਼ਾਰਾ ਕਰ ਰਹੇ ਹੋ। ਪਾਤਸ਼ਾਹ ਦੇ ਬਚਨ ਸੁਣ ਕੇ ਉਹਦੇ ਅੰਦਰ ਦੀ ਖਾਸ਼ ਪੂਰਤ ਹੋ ਗਈ। ਸਾਧ ਸੰਗਤ ਜੀ ਭੋਰਾ ਸਾਹਿਬ ਦੇ ਉੱਪਰ ਚੜ ਗਿਆ ਕੋਠੇ ਤੇ ਔਰ ਹੋਕਾ ਦੇ ਦਿੱਤਾ, ਸਾਚਾ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ, ਭਾਵ ਕਿ ਸੱਚਾ ਗੁਰੂ ਲੱਭ ਪਿਆ। ਕਿ ਗਊਸ਼ਾਲਾ ਦੀ ਦੇਖ ਰੇਖ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਦੁਆਰਾ ਕੀਤੀ ਜਾਂਦੀ ਹੈ। ਇਸ ਵਾਸਤੇ ਸਾਨੂੰ ਤਰਨਾ ਦਲ ਦਾ ਇਤਿਹਾਸ ਜਾਣਨਾ ਵੀ ਬਹੁਤ ਜ਼ਰੂਰੀ ਹੈ। ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸਾਡੀ ਤੇਰੇ ਹੱਥ ਦਿੱਤੀ ਹੋਈ ਡੋਰ ਰੱਖ ਲਗਰੀਬ ਜਾਣ ਕੇ, ਆਸਾਂ ਤੇਰੇ ਹੱਥ ਦਿੱਤੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਮੈਂ ਸਾਥੀ ਤੋਂ ਕਹਿਣਾ ਚਾਹੁੰਦਾ ਇਤਿਹਾਸ ਜਾਣ ਸਕਦੀ ਹਾਂ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸੰਗਤ ਜੀ, ਇਹ ਜੋ ਤਰਨਾ ਦਲ ਹੈ ਇਹ ਮਿਸਲ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਆ। ਇੱਥੋਂ ਮੁੜ ਕੇ 9 ਗੁਰੂ ਹੋ ਗਏ। 9 ਗੁਰੂ ਸਿੱਖਾਂ ਨੂੰ ਚਰਨ ਪੌਲ ਦਿੰਦੇ ਰਹੇ ਤੇ ਸਿੱਖ ਬਣਾਉਂਦੇ ਰਹੇ। 10ਵੇਂ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ 'ਤੇ ਆਏ ਆ, ਉਹਨਾਂ ਫਿਰ ਖੰਡੇ ਦੀ ਪੌਲ ਛਕਾ ਕੇ ਸਿੱਖਾਂ ਤੋਂ ਸਿੰਘ ਸਜਾਇਆ। ਫਿਰ ਪੰਜਾਂ ਪਿਆਰਿਆਂ ਨੂੰ ਸਿੰਘ ਸਜਾ ਕੇ ਉਹਨਾਂ ਕੋਲ ਆਪ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।
ਜਿਉਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਫਿਰ ਚੱਲਦੇ ਚੱਲਦੇ ਬੜੇ ਜੰਗ ਯੁੱਧ ਹੋਏ, ਪਹਾੜੀਆਂ ਰਾਜਿਆਂ ਨਾਲ, ਮੁਗਲਾਂ ਨਾਲ, ਬੱਚੇ ਵੀ ਸ਼ਹੀਦ ਹੋ ਗਏ, ਸਿੰਘ ਵੀ ਸ਼ਹੀਦ ਹੋ ਗਏ। ਮਹਾਰਾਜ ਚੱਲਦੇ ਚੱਲਦੇ ਫਿਰ ਨੰਦੇੜ ਚਲੇ ਗਏ। ਨੰਦੇੜ ਜਾ ਕੇ ਸਤਿਗੁਰਾਂ ਨੇ ਬੰਦੇ ਬਹਾਦਰ ਨੂੰ ਪੰਜਾਬ ਨੂੰ ਘੱਲਿਆ। ਪੰਜਾਬ ਜਾ ਕੇ ਸਾਹਿਬਜ਼ਾਦਿਆਂ ਦਾ ਬਦਲਾ ਲਓ। ਬਾਬਾ ਬੰਦਾ ਬਹਾਦਰ ਨੰਦੇੜ ਤੋਂ ਚੱਲ ਕੇ ਪੰਜਾਬ ਆਏ। ਫਿਰ ਉਹਨਾਂ ਸਰਹੰਦ ਦੇ ਫਤਿਹ ਕੀਤੀ, ਸਢੌਰਾ ਮਾਰਿਆ। ਇੱਥੋਂ ਫਿਰ ਲੈ ਕੇ ਬਾਬਾ ਦੀਪ ਸਿੰਘ ਜੀ ਨਾਲ ਬਾਬਾ ਬੰਦੇ ਬਹਾਦਰ ਦੇ ਰਹੇ, ਜੰਗ ਕੀਤੇ। ਪਹਿਲਾਂ ਬਾਬਾ ਦੀਪ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਨਾਲ ਬੀੜਾਂ ਦੀ ਲਿਖਣ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਦੀ ਵੀ ਸੇਵਾ ਕਰਦੇ ਰਹੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ। ਫਿਰ ਬਾਬਾ ਦੀਪ ਸਿੰਘ ਜੀ ਜੰਗਾਂ ਤੋਂ ਵਿਹਲੇ ਹੋ ਕੇ ਫਿਰ ਜਾ ਕੇ 4 ਗੁਰੂ ਗ੍ਰੰਥ ਸਾਹਿਬ ਬਾਬਾ ਜੀ ਨੇ ਹੱਥੀਂ ਲਿਖੇ। ਹੱਥੀਂ ਲਿਖ ਕੇ ਤੇ 4 ਤਖਤਾਂ 'ਤੇ ਅੱਜ ਸੁਭਾਏਮਾਨ ਆ। ਹੋਰ ਬਾਬਾ ਜੀ ਨੇ ਪੋਥੀਆਂ ਵੀ ਬਹੁਤ ਲਿਖੀਆਂ। ਜਦੋਂ ਸਿੰਘਾਂ ਦਾ ਫਿਰ ਜ਼ਿਆਦੀ ਭਰਤੀ ਹੋ ਗਈ, ਜ਼ਿਆਦਾ ਸਿੰਘ ਵੱਧ ਗਏ, ਫਿਰ ਉੱਥੋਂ ਇੱਕ ਬੁੱਢਾ ਦਲ ਬਣ ਗਿਆ, ਇੱਕ ਤਰਨਾ ਦਲ ਬਣ ਗਿਆ। ਇੱਕ ਦਲ ਬਾਬਾ ਬਿਧੀ ਚੰਦ ਜੀ, ਇਹ ਬਾਬਾ ਬਿਧੀ ਚੰਦ ਦਾ ਦਲ 3 ਦਲ ਬਣ ਗਏ। ਤਿੰਨਾਂ ਦਲਾਂ 'ਤੇ ਫਿਰ ਆਪੋ ਆਪਣੀ ਕਮਾਨ ਸੰਭਾਲ ਕੇ ਜਿੰਨਾ ਚਿਰ ਖਾਲਸੇ ਤੋਂ ਰਾਜ ਰਿਹਾ ਵਾ, ਖਾਲਸਾ ਅਹਿਮਦ ਸ਼ਾਹ ਅਬਦਾਲੀ ਦੇ ਟਾਕਰੇ ਕਰਦਾ ਰਿਹਾ ਅਤੇ ਕਿਸੇ ਨੂੰ ਹਿੰਦੁਸਤਾਨ ਦੇ ਵਿੱਚ ਜਿਹੜਾ ਲੁੱਟ ਮਾਰ ਕਰਕੇ ਵਾਪਸ ਨਹੀਂ ਜਾਣ ਦਿੱਤਾ ਖਾਲਸੇ ਨੇ। ਖਾਲਸਾ ਜਦੋਂ ਜਹਿਦ ਕਰਕੇ ਆਪਣਾ ਰਾਜ ਕਾਇਮ ਰੱਖਿਆ। ਉਹਨਾਂ ਤੋਂ ਬਾਅਦ 'ਚ ਫਿਰ ਮਿਸਲਾਂ ਹੋ ਗਈਆਂ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਇਹ ਜੋ ਮਿਸਲ ਆ, ਇਹ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਆ। ਤਰਨਾ ਦਲ ਇਹਨਾਂ ਦੇ ਹੁਣ ਸੇਵਾ ਜਿਹੜੀ ਆ ਦਾਸ ਨੂੰ ਸੰਗਤਾਂ ਨੇ ਸੌਂਪੀ ਆ। ਅਤੇ ਸਾਡੇ ਜਿਹੜੇ ਜਿੰਨੇ ਵੀ ਜਥੇਦਾਰ ਹੈ, ਬਾਬਾ ਸਾਧੂ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਆਏ ਸੀ। ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਆ ਜਥੇਦਾਰੀ, ਫਿਰ ਉਹਨਾਂ ਨੇ ਉੱਥੇ ਗਊਸ਼ਾਲਾ ਸੀ, ਉੱਥੋਂ ਇੱਥੇ ਗਊਸ਼ਾਲਾ ਲਿਆਂਦੀ ਬਾਬਾ ਬਕਾਲਾ ਸਾਹਿਬ। ਉਦੋਂ ਤੋਂ ਲੈ ਕੇ ਬਾਬਾ ਸਾਧੂ ਸਿੰਘ, ਫਿਰ ਬਾਬਾ ਬਿਸ਼ਨ ਸਿੰਘ ਜੀ ਹੋਏ। ਬਾਬਾ ਬਿਸ਼ਨ ਸਿੰਘ ਜੀ ਫਿਰ ਗਊਆਂ ਦੀ ਸੇਵਾ ਕਰਦੇ ਰਹੇ। ਬਾਬਾ ਕੀਰਤਨ ਸਿੰਘ ਜੀ, ਫਿਰ ਬਾਬਾ ਮੱਖਣ ਸਿੰਘ ਜੀ। ਹੁਣ ਦਾਸ ਦੀ ਡਿਊਟੀ ਆ। ਸਾਧ ਸੰਗਤ ਜੀ, ਇਹ ਜੋ ਗਊਆਂ ਵਾ, ਇਹ ਉਹ ਗਊਆਂ ਵਾ ਜਿਨ੍ਹਾਂ ਦਾ ਲੋਕ ਦੁੱਧ ਪੀ ਕੇ ਘਰਾਂ ਤੋਂ ਕੱਢ ਦਿੰਦੇ ਆ ਅਤੇ ਬਾਹਰ ਲੋਕ ਇਹਨਾਂ ਨੂੰ ਫਸਲਾਂ ਜਿਹਨੂੰ ਖਾਂਦੀਆਂ ਵਾ ਮਾਰਦੇ ਕੁੱਟਦੇ ਆ। ਸਿੰਘ ਲਿਆ ਕੇ ਇਹਨਾਂ ਦੀ ਸੇਵਾ ਕਰਦੇ। ਕਈਆਂ ਨੂੰ ਜ਼ਖਮ ਹੋਏ ਹੁੰਦੇ ਆ, ਉਹਨਾਂ ਦੀ ਸੇਵਾ ਕਰਦੇ ਆ। ਜਿਹੜੇ ਡੇਅਰੀਆਂ ਵਾਲੇ ਆਮ ਲੋਕ ਆ, ਇਹ ਜਿਹੜੇ ਆ ਜਿਹਦੇ ਵੱਛਾ ਜੰਮਦਾ ਉਹਨੂੰ 2-4 ਦਿਨ ਮਾੜਾ ਮੋਟਾ ਦੁੱਧ ਪਿਆਲਦੇ ਆ, ਫਿਰ ਸੜਕਾਂ 'ਤੇ ਲਾਹ ਜਾਂਦੇ ਆ। ਉਹ ਵੀ ਸਿੰਘ ਲਿਆ ਕੇ ਸੇਵਾਦਾਰ ਆਪਣੇ ਇੱਥੇ ਤਬੇਲੇ ਦੇ ਵਿੱਚ ਉਹਨਾਂ ਦੀ ਸੇਵਾ ਕਰਦੇ ਆ। ਮੌਜੂਦ ਵੀ ਆ, ਹੁਣ ਜਾ ਕੇ ਉੱਥੇ ਜਿਹੜਾ ਮਰਜ਼ੀ ਆ ਕੇ ਵੇਖ ਸਕਦਾ ਵਾ। ਇਹ ਗਊਆਂ ਦੀ ਸੇਵਾ ਜਿਹੜੀ ਆ ਬਾਬਾ ਪਾਲਾ ਸਿੰਘ ਜੀ ਜੋ ਮਹਾਂਪੁਰਖਾਂ ਦੇ ਹੁਕਮ ਨਾਲ, ਬਾਬਾ ਬਿਸ਼ਨ ਸਿੰਘ ਜੀ ਹੁਕਮ ਨਾਲ ਕਰਦੇ ਰਹੇ ਆ। ਉਹ ਇੱਥੋਂ ਸੇਵਾ ਕਰਦੇ ਕਰਦੇ ਕਾਲਪੁਰਖ ਦੇ ਚਰਨਾਂ 'ਚ ਜਾ ਬਰਾਜੇ ਆ। ਮਹਾਰਾਜ ਸਾਧ ਸੰਗਤ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਰੱਖੇ, ਤਰਨਾ ਦਲ ਦੀ ਵੀ ਚੜ੍ਹਦੀ ਕਲਾ ਰਵੇ। ਇਸੇ ਤਰ੍ਹਾਂ ਗਊ ਗਰੀਬ ਦੀ ਰੱਖਿਆ ਕਰਦੇ ਰਹੀਏ, ਸੇਵਾ ਮਹਾਰਾਜ ਦੇ ਚਰਨਾਂ 'ਚ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਇਹ ਤਰਨਾ ਦਲ ਜਿਹੜਾ ਵਾ, ਇਹ ਪਿੰਡ ਪਿੰਡ ਜਿੱਥੇ ਜਿੱਥੇ ਦਾ ਸੰਗਤਾਂ ਪ੍ਰੋਗਰਾਮ ਦਿੰਦੀਆਂ, ਜੋੜ ਮੇਲਿਆਂ ਦਾ, ਉੱਥੇ ਉੱਥੇ ਜਾ ਕੇ ਅੰਮ੍ਰਿਤ ਸੰਚਾਰ ਕਰਦੇ ਆ। ਗੁਰੂ ਵਾਲਿਆਂ ਨੂੰ, ਜਿਨ੍ਹਾਂ ਦੇ ਗੁਰੂ ਨਹੀਂ ਗਏ, ਉਹਨਾਂ ਨੂੰ ਗੁਰੂ ਨਾਲ ਜੋੜਦੇ ਆ। ਜਿਹੜੇ ਕੁਝ ਸਿੱਖ ਦੇ ਬੱਚੇ ਨਸ਼ਿਆਂ ਵਿੱਚ ਗਲਤਾਨ ਹੋਏ ਆ, ਉਹਨਾਂ ਨੂੰ ਵੀ ਕੋਲ ਲਿਆ ਕੇ ਰੱਖ ਕੇ ਅਤੇ ਉਹਨਾਂ ਦਾ ਵੀ ਭਲਾ ਕਰਦੇ ਆ। ਗੁਰੂ ਕੇ ਪਿਆਰਿਓ, ਜਿਨ੍ਹਾਂ ਅੰਮ੍ਰਿਤ ਛਕਿਆ ਉਹ ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਜਿਨ੍ਹਾਂ ਨਹੀਂ ਛਕਿਆ ਉਹ ਅੰਮ੍ਰਿਤ ਛਕੋ, ਸਿੰਘ ਸਜੋ। ਇਹ ਤਰਨਾ ਦਲ ਜਿਹੜਾ ਵਾ, ਹੁਣ ਵੀ 250-300 ਘੋੜਾ ਜਿਹੜਾ ਵਾ ਬਾਹਰ ਲੈ ਕੇ ਵਿਚਰ ਰਿਹਾ ਵਾ। ਜਿੱਥੇ ਸੰਗਤਾਂ ਪ੍ਰੋਗਰਾਮ ਦਿੰਦੀਆਂ ਉੱਥੇ ਜਾਂਦੇ ਆ, ਮਹੱਲੇ ਕੱਢਦੇ, ਨਿਗਾਹਬਾਜ਼ੀ ਕਰਦੇ ਆ, ਗੱਤਕੇ ਦੇ ਜ਼ੋਰ ਦਿਖਾਲਦੇ ਆ। ਜੋ ਜੰਗੀ ਕਰਦੇ ਸਿੰਘ ਕਰਦੇ ਰਹੇ ਆ, ਉਹ ਸੰਗਤਾਂ ਨੂੰ ਦਿਖਾਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਬੁਲਾਵੇ ਸੋ ਨਿਹਾਲ ਹੋ ਜਾਵੇ, ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਚਿੱਟੀਆਂ ਬਾਜਾਂ ਵਾਲਿਓ ਸਭ ਹੈਪਿਓ ਗੜਬੜੀ ਨਾਗ ਸਿੱਖੋ 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 ਬਾਤੋਂ ਖਾਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ।
ਅਗਰ ਇਹਨਾਂ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝੇ ਤੇ ਇਹਨਾਂ ਵਿਚਾਰਾਂ ਤੇ ਚੱਲੇ ਤੇ ਸਮਾਜ ਕਿੰਨਾ ਸੁਧਰ ਜਾਊਗਾ। बगैर है नी होर रख ले गरीब जान के वाहेगुरु रख ले गरीब जान के दाता रख ले गरीब जान के सतनाम श्री ਇੱਥੇ ਤੇ ਆਰਾਮ ਨਾਲ 10,000 ਗਾਵਾਂ ਰਾਤ ਨੂੰ ਬੈਠ ਸਕਦੀਆਂ ਨੇ। ਵਾਹਿਗੁਰੂ 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 ਰੱਖ ਚਰਨਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹਾਂ ਤੁਹਾਡੀ ਗਊਸ਼ਾਲਾ ਨੂੰ ਦੇਖ ਕੇ। ਕੀ ਤੁਸੀਂ ਦੱਸ ਸਕਦੇ ਹੋ ਕਿ ਕਿੰਨੀ ਦੇਰ ਤੋਂ ਤੁਸੀਂ ਇਹਨਾਂ ਗਊਆਂ ਦੀ ਦੇਖ ਰੇਖ ਕਰਦੇ ਹੋ? ਇਹ ਜੀ ਸਾਡੀ ਪਰੰਪਰਾ ਚੱਲਦੀ ਆ ਰਹੀ ਹੈ। ਬਾਬਾ ਦੀਪ ਸਿੰਘ ਜੀ, ਬਾਬਾ ਨੌਰ ਸਿੰਘ ਸ਼ਹੀਦ ਜਿਹੜੇ ਸੀਸ ਲੱਥੇ ਤੋਂ ਜੰਗ ਕੀਤਾ, ਉਹਨਾਂ ਤੋਂ ਗੇੜੇ ਜਾੜੇ ਗਾੜੀ ਸਾਧੂ ਸੰਤ ਹੋਏ ਆ। ਬਾਬਾ ਸਾਧੂ ਸਿੰਘ ਜੀ ਹੋਏ ਆ, ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਪਹਿਲਾਂ ਗਊਸ਼ਾਲਾ ਬਣਾਈ ਸੀ। ਜਦੋਂ ਬਾਬਾ ਜੀ ਬਾਬਾ ਗੁਰਮੁਖ ਸਿੰਘ ਜੀ ਸੱਚਖੰਡ ਚਲ ਗਏ, ਉਸ ਤੋਂ ਬਾਅਦ ਦਸਤਾਰਬੰਦੀ ਆ ਗਈ ਬਾਬਾ ਸਾਧੂ ਸਿੰਘ ਜੀ ਉਹਨਾਂ ਨੂੰ। ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਗਊਸ਼ਾਲਾ ਬਾਬਾ ਬਕਾਲਾ ਸਾਹਿਬ ਲੈਂਦੀ। ਇਹ ਫਿਰ ਮੁੜ ਕੇ ਬਾਬਾ ਜੀ ਗਾੜੀ ਸੇਵਾਦਾਰਾਂ ਦੀ ਸੇਵਾ ਤੇ ਡਿਊਟੀ ਲਾਉਂਦੇ ਰਹੇ। ਗਊਸ਼ਾਲਾ ਦੀ ਪਰੰਪਰਾ ਚੱਲਦੀ ਹੈ, ਇਹ ਸੇਵਾ ਕਰਾਉਂਦੇ ਰਹੇ। ਫਿਰ ਉਸ ਤੋਂ ਬਾਅਦ ਬਾਬਾ ਬਿਸ਼ਨ ਸਿੰਘ ਜੀ ਆ ਗਏ, ਉਹਨਾਂ ਨੇ ਬਹੁਤ ਗਊਆਂ ਦੀ ਸੇਵਾ ਕਰਵਾਈ। ਗਊਆਂ ਦਾ ਬਾਹਰ ਅੰਦਰ ਜਾਣਾ ਫਿਰਨਾ, ਗਊਸ਼ਾਲਾ ਦੇ ਨਾਲ ਬੱਕਰੀਆਂ ਨਾਲ ਜਿਹੜਿਆਂ ਬੁੱਚੜਾਂ ਦੇ ਕੋਲੋਂ ਮੱਝਾਂ ਛਡਵਾਉਣੀਆਂ, ਗਾਈਆਂ ਬੁੱਚੜਾਂ ਦੇ ਕੋਲੋਂ ਛਡਵਾਉਣੀਆਂ। ਟ੍ਰੇਨਾਂ ਭਰ ਕੇ ਬੁੱਚੜ ਲਈ ਜਾਂਦੇ ਜਿਹੜੇ ਬਾਬਾ ਜੀ ਬਾਬਾ ਪਾਲਾ ਸਿੰਘ ਜੀ ਜਿਹੜੇ ਛਡਵਾਉਂਦੇ ਰਹੇ। ਹੁਣ ਉਸ ਤੋਂ ਬਾਅਦ ਬਾਬਾ ਜੀ ਬਾਬਾ ਕੀਰਤਨ ਸਿੰਘ ਜੀ ਆਏ। ਬਾਬਾ ਕੀਰਤਨ ਸਿੰਘ ਜੀ ਵੀ ਗਊਆਂ ਦੀ ਸੇਵਾ ਕਰਵਾਉਂਦੇ ਰਹੇ। ਫਿਰ ਬਾਬਾ ਮੱਖਣ ਸਿੰਘ ਜੀ ਆਏ। ਬਾਬਾ ਮੱਖਣ ਸਿੰਘ ਜੀ ਗਊਆਂ ਦੀ ਸੇਵਾ ਕਰਵਾਉਂਦੇ ਰਹੇ। ਬਾਬਾ ਪਾਲਾ ਸਿੰਘ ਜੀ ਹੋਣੀ ਜਿਹੜੇ ਆ ਉਹ ਗਊਆਂ ਦੇ ਵਾਗੀ ਸੀ। ਬਾਬਾ ਬਿਸ਼ਨ ਸਿੰਘ ਜੀ ਹੋਣਾ ਨੇ ਉਹਨਾਂ ਨੂੰ ਸੋਟੀ ਦਿੱਤੀ, ਨਾਲ ਬਾਟਾ ਦਿੱਤਾ ਤੇ ਗਊਆਂ ਦੇ ਵਾਗੀ ਬਣਨਾ ਤੁਸੀਂ। ਜਦੋਂ ਬਾਬਾ ਪਾਲਾ ਸਿੰਘ ਜੀ ਸੱਚਖੰਡ ਪਿਆਨਾ ਕਰਕੇ, ਉਸ ਤੋਂ ਬਾਅਦ 'ਚ ਹੁਣ ਬਾਬਾ ਜੀ ਬਾਬਾ ਤਰਸੇਮ ਸਿੰਘ ਜੀ ਭਰਤ ਜੀ ਨੂੰ ਕਰਕੇ ਵਿਚਾਰਦੇ ਜ਼ਿਆਦਾ ਕਰਕੇ, ਫਿਰ ਆ ਸੋਟੀ ਬਰਸ਼ੀ ਬਾਟਾ ਬਾਬਾ ਜੀ ਨੇ ਇਹਨਾਂ ਨੂੰ ਸਰੋਪਾ ਦਿੱਤਾ। ਹੁਣ ਇਹਨਾਂ ਨੂੰ ਬਾਬਾ ਜੀ ਨੂੰ ਸਰੋਪਾ ਦਿੱਤਾ ਗਊਸ਼ਾਲਾ ਦਾ। ਇਹ ਹੁਣ ਦੇਖ ਰੇਖ ਬਾਬਾ ਜੀ ਬਾਬਾ ਗੱਜਣ ਸਿੰਘ ਜੀ ਮੌਜੂਦਾ ਜਹਦਰ ਬਾਬਾ ਜੀ ਜਿਹੜੇ ਆ ਉਹਨਾਂ ਦੇ ਹੇਠਾਂ ਇਹ ਗਊਆਂ ਦੀ ਸੇਵਾ ਕਰ ਰਹੇ ਆ। ਤੇ ਕੁੱਲ ਪੰਜਾਬ ਦੇ ਵਿੱਚ ਗਊਆਂ ਜਿਹੜੀਆਂ ਬਾਹਰ ਚੱਲਦੀਆਂ, ਲੋਕੀ ਗਊਆਂ ਵਾਸਤੇ ਕਣਕਾਂ ਬੀਜਦੇ ਆ, ਕਮਾਦ ਬੀਜਦੇ, ਝੋਨੇ ਚਰਾਉਂਦੇ ਆ। ਜਿੱਥੇ ਕੋਈ ਕਿਸੇ ਗਊ ਗਰੀਬ ਦੀ ਰੱਖਿਆ ਨਹੀਂ ਕੋਈ ਕਰਦਾ, ਉਹ ਗਊਆਂ ਬਾਬਾ ਜੀ ਦੇ ਕੋਲ ਆਉਂਦੀਆਂ। ਕਈਆਂ ਥਾਵਾਂ ਤੋਂ ਬਾਬਾ ਜੀ ਜਾ ਕੇ ਆਪ ਟਰਾਲੀਆਂ ਖੜ ਕੇ ਲੱਦ ਕੇ ਲਿਆਉਂਦੇ ਆ। ਆਮ ਤੁਸੀਂ ਜ਼ਿਮੀਂਦਾਰ ਦੇਖਦੇ ਜੇ ਲੋਕਾਂ ਗਾਈਆਂ ਨੂੰ ਵੱਢਦੇ ਆ, ਟੋਕਦੇ ਆ ਜਦੋਂ ਫਸਲਾਂ ਦੇ ਵਿੱਚ ਪੈਂਦੇ ਆ। ਬਾਬਾ ਜੀ ਇਹ ਕਰਕੇ ਦੁੱਖ ਦੇ ਮਾਰੇ ਗਾਈਆਂ ਨੂੰ ਬਹੁਤ ਨਿਕਾਹ ਦੇ ਨਾਲ ਸੇਵਾ ਕਰਵਾ ਰਹੇ ਆ ਜੀ। ਤੇ ਬਾਬਾ ਜੀ ਕੋਈ ਇਹੋ ਜਿਹਾ ਸੁਨੇਹਾ ਜੋ ਤੁਸੀਂ ਅੱਜ ਦੀ ਪੀੜ੍ਹੀ ਨੂੰ ਇਹੋ ਜਿਹਾ ਸੁਨੇਹਾ ਦੇ ਸਕੋ ਤਾਂ ਕਿ ਉਹ ਗਊਆਂ ਦੀ ਸੇਵਾ ਕਰਨ? ਹਾਂਜੀ, ਬਾਬਾ ਜੀ ਵੱਲੋਂ ਇਹੋ ਜਿਹਾ ਗਊਆਂ ਦੀ ਵੀ ਸੇਵਾ ਕਰਨ, ਸਿੱਖੀ ਧਾਰਨ ਕਰਨ। ਪੀੜ੍ਹੀ ਆ ਗਿਆ ਅੱਜ ਜਿੰਨੇ ਨੌਜਵਾਨ ਜਿਹੜੇ ਆ ਨਸ਼ਿਆਂ ਤਿਆਗ ਕੇ ਗਊਆਂ ਦੀ ਸੇਵਾ ਕਰ ਰਹੇ ਆ, ਚੰਗੀ ਲੀਹ ਤੇ ਬਾਬਾ ਜੀ ਲਾ ਰਹੇ ਆ। ਅੱਜ ਕੱਲ੍ਹ ਤੁਹਾਨੂੰ ਪਤਾ ਵਾ 6ਵਾਂ ਦਰਿਆ ਨਸ਼ੇ ਦਾ ਚੱਲ ਰਿਹਾ ਵਾ ਪੰਜਾਬ ਦੇ ਵਿੱਚ। ਬਾਬਾ ਜੀ ਇਹ ਕਰਕੇ ਗਊਆਂ ਦੀ ਜੋ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਗਊਆਂ ਦੀ ਸੇਵਾ ਤੇ ਲਾ ਰਹੇ ਆ, ਸੇਵਾ ਕਰ ਰਹੇ ਆ। ਨਸ਼ਾ ਸਭ ਤਿਆਗੇ ਆ। ਇਹ ਕੋਈ ਇਹ ਜਿੰਨੇ ਬੱਚੇ ਆ ਕੋਈ ਨਸ਼ੇ ਦਾ ਤਿਆਗੀ ਨਹੀਂ ਗਾ, ਜਿੰਨੇ ਸਾਰਾ ਨਸ਼ਾ ਤਿਆਗਿਆ ਵਾ, ਕੋਈ ਨਸ਼ਾ ਸੇਵਨ ਨਹੀਂ ਗਾ ਕਰਦਾ। ਤੇ ਬਾਬਾ ਜੀ ਸੇਵਾ ਕਰਵਾ ਰਹੇ ਆ, ਗਊ ਗਰੀਬ ਦੀ ਰੱਖਿਆ ਕਰਵਾ ਰਹੇ ਆ। ਮੱਝਾਂ ਵੀ ਬਹੁਤ ਜ਼ਿਆਦੀਆਂ ਬਾਬਾ ਜੀ ਦੇ ਕੋਲ, ਬੱਕਰੀਆਂ, ਭੇਡਾਂ, ਬੋਤੇ, ਊਠ, ਘੋੜੇ, ਬਹੁਤ ਜਾਨਵਰ ਆ ਜੀ ਜਿਹਨੂੰ ਕੋਈ ਨਹੀਂ ਗਾ ਸਾਂਭਦਾ। ਬਾਬਾ ਜੀ ਇਹ ਸੰਭਾਲ ਰਹੇ ਆ। ਤੇ ਬਾਬਾ ਜੀ ਤੁਸੀਂ ਦੱਸ ਸਕਦੇ ਹੋ ਕਿ ਆਪਣੇ ਗਊਸ਼ਾਲਾ 'ਚ ਕੁੱਲ ਕਿੰਨੀਆਂ ਗਾਵਾਂ ਨੇ? ਇਹ ਜੀ ਤੁਹਾਡੇ ਸਾਹਮਣੇ ਆ। ਗਊਆਂ ਦਾ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦੇ। ਕੋਈ ਕਿਸੇ ਬੰਨੋਂ ਟਰਾਲੀਆਂ ਭਰ ਕੇ ਆ ਜਾਂਦੀਆਂ, ਕੋਈ ਕਿਸੇ ਬੰਨੋਂ ਟਰਾਲੀਆਂ ਅੰਦਾਜ਼ਾ ਕੋਈ ਨਹੀਂ ਗਾ। ਦਿਹਾੜੀ ਦੇ ਵਿੱਚ
ਕਿੰਨੀਆਂ ਗਾਈਆਂ ਸਾਡੀਆਂ ਵੱਧ ਜਾਣੀਆਂ, ਕਿੰਨੀਆਂ ਮਰ ਜਾਣੀਆਂ। ਕੋਈ ਜਿਹੜੀਆਂ ਮਾੜੀਆਂ ਗਰੀਬ ਗੁਰਬਾਂ ਮਰ ਵੀ ਜਾਂਦੀਆਂ, ਫਿਰ ਉਹਨਾਂ ਦਾ ਦਬਾਨ ਕਰਾਈਦਾ ਵਾ, ਦੱਬੀ ਦਾ ਟੋਏ ਪੁੱਟ ਕੇ JCB ਲਾ ਕੇ ਉਹਨਾਂ ਨੂੰ ਦੱਬ ਦੇਈਦਾ ਵਾ। ਇਹ ਨਹੀਂ ਵੀ 12 ਜਾਨਵਰ ਖਾਈ ਜਾਣਗੇ। ਤੇ ਬਾਬਾ ਜੀ ਇੰਨੀ ਸਾਰੀਆਂ ਗਾਵਾਂ ਦਾ ਖਾਣ ਪੀਣ ਦਾ ਪ੍ਰਬੰਧ ਕਿਵੇਂ ਕਰਦੇ ਹੋ ਤੁਸੀਂ? ਇਹ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਸੰਗਤਾਂ ਵਾ, ਸੰਗਤਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਕਿੱਲਿਆਂ ਦੇ ਕਿੱਲੇ ਚਾਰਾ ਬੀਜਦੇ, ਪੱਠੇ ਬੀਜਦੇ ਆ, ਕਣਕਾਂ ਬੀਜਦੇ। ਹੁਣ ਜਿਵੇਂ ਝੋਨੇ ਦਾ ਕੰਮ ਚੱਲ ਪਿਆ, ਕਈਆਂ ਸਿੱਖਾਂ ਨੇ ਆਪਦੇ ਝੋਨੇ ਪੱਕੇ ਚਰਾਉਣੇ ਗਾਈਆਂ ਨੂੰ, ਉਹਨਾਂ ਦੀਆਂ ਸ਼ਰਧਾਂ ਪੂਰੀਆਂ ਹੁੰਦੀਆਂ ਵਾ ਤੇ ਉਹ ਆਪਣੇ ਆਪ ਹੀ ਪ੍ਰਬੰਧ ਕਰਦੇ ਆ ਜੀ। ਜੇ ਕੋਈ ਦੀ ਸ਼ਰਧਾ ਹੋਵੇ ਸਾਡਾ ਮਹਾਰਾਜ ਆਹ ਕੰਮ ਹੋ ਜੇ, ਅਸੀਂ ਇੰਨੇ ਕਿੱਲੇ ਪੱਠੇ ਚਰਾਵਾਂਗੇ, ਇੰਨੇ ਕਿੱਲੇ ਝੋਨਾ ਚਰਾਵਾਂਗੇ, ਫੀਟਾਂ ਦੇ ਟਰੱਕ ਪਾਉਂਦੇ ਆ, ਫੀਡ, ਗੁੜ, ਚੋਕਰ, ਸਾਰਾ ਪ੍ਰਬੰਧ ਜਿਹੜੇ ਸੰਗਤਾਂ ਹੀ ਕਰਦੀਆਂ ਜੀ। ਬਾਬਾ ਜੀ ਬੋਲੇ ਸੋ ਨਿਹਾਲ। ਤੇ ਬਾਬਾ ਜੀ ਜੋ ਗਊਸ਼ਾਲਾ 'ਚ ਜੋ ਸੇਵਾਦਾਰ ਸੇਵਾ ਕਰਦੇ ਨੇ ਉਹਨਾਂ ਬਾਰੇ ਸਾਨੂੰ ਕੁਝ ਦੱਸੋ। ਇਹ ਜੀ ਜਿਹੜੇ ਗਊਸ਼ਾਲਾ ਦੇ ਵਿੱਚ ਗਊਆਂ ਦੀ ਸੇਵਾ ਕਰਦੇ ਆ, ਨਗਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸੰਗਤ ਆਉਂਦੀ ਆ, ਸੇਵਾ ਕਰਦੇ ਆ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਕਿਸੇ ਨੇ ਨੌਕਰੀ ਲੈਣੀ ਹੁੰਦੀ ਫੌਜ ਦੇ ਵਿੱਚ, ਕਿਸੇ ਨੇ ਡਾਕਟਰੀ ਲਾਈਨ 'ਚ ਪੈਣਾ ਹੁੰਦਾ ਵਾ, ਕਿਸੇ ਨੇ ਪੁਲਿਸ ਦੇ ਵਿੱਚ ਭਰਤੀ ਹੋਣਾ। ਜਿਹੜੀ ਕੋਈ ਨੌਕਰੀ ਦੇ ਵਿੱਚ ਇੱਛਾ ਹੋਵੇ ਉਹ ਆਣ ਕੇ ਬਾਬਾ ਜੀ ਦੇ ਕੋਲੋਂ, ਬਾਬਾ ਭਰਤ ਜੀ ਹੋਣਾ ਕੋਲੋਂ, ਪਹਿਲਾਂ ਬਾਬਾ ਪਾਲਾ ਸਿੰਘ ਜੀ ਹੋਣਾ ਕੋਲੋਂ ਅਰਦਾਸਾਂ ਕਰਵਾਉਂਦੇ ਸੀ। ਉਹਨਾਂ ਦੀਆਂ ਜਦੋਂ ਅਰਦਾਸਾਂ ਪੂਰੀਆਂ ਹੁੰਦੀਆਂ ਉਹ ਆ ਕੇ ਕੋਈ ਮਹੀਨੇ ਦੀ, ਕੋਈ 1.5 ਮਹੀਨੇ ਦੀ, ਕੋਈ 10 ਦਿਨਾਂ ਦੀ, ਜਿੰਨੀ ਕਿਸੇ ਦੀ ਇੱਛਾ ਹੋਵੇ ਸੇਵਾ ਸੁੱਖ ਕੇ ਜਾਂਦੇ ਆ, ਉਹ ਸੇਵਾ ਕਰਦੇ ਆ। ਇਹ ਜਿੰਨੇ ਸਾਡੇ ਕੋਲ ਸੇਵਾਦਾਰ ਵਾ ਇਹ ਸਾਰੇ ਨੌਕਰੀਆਂ ਵਾਲੇ ਆ। ਇਹਨੇ ਗਊਸ਼ਾਲਾ ਦੀ ਸੇਵਾ ਕਰਨੀ, ਸਾਰਿਆਂ ਨੂੰ ਪਰਮੇਸ਼ਰ ਨੇ ਨੌਕਰੀਆਂ ਦੇਣੀਆਂ। ਇਸ ਤਰ੍ਹਾਂ ਸੇਵਾਦਾਰ ਆਉਂਦੇ ਆ, ਕੋਈ ਇਹਨਾਂ ਦੇ ਵਿੱਚ ਨਰਖਾਈਆ ਨਹੀਂ ਗਾ। ਨਗਰਾਂ ਦੇ ਵਿੱਚੋਂ ਲੱਗ ਕੇ ਜਿੱਧਰ ਬਾਬਾ ਜੀ ਦੀ ਸਿੱਖੀ ਸੇਵਕੀ ਆ, ਨਗਰਾਂ ਦੇ ਵਿੱਚੋਂ ਸੰਗਤ ਆਉਂਦੀ ਆ, ਉਹ ਸੇਵਾ ਕਰਦੀ ਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਊਸ਼ਾਲਾ 'ਚ ਬਹੁਤ ਸਾਰੇ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ ਤੇ ਉਸੇ ਭੋਜਨ ਦਾ ਪ੍ਰਬੰਧ ਬੀਬੀਆਂ ਕਰ ਰਹੀਆਂ। ਨਿਹੰਗ ਸਿੰਘਾਂ ਦੀ ਦੇਖ ਬਣ ਰਹੀ ਹੈ ਤੇ ਮੈਂ ਤੇ ਬਹੁਤ ਐਕਸਾਈਟਿਡ ਆ ਤੇ ਮੈਂ ਤੇ ਇਸ ਨੂੰ ਜ਼ਰੂਰ ਦੇਖੂੰਗੀ। ਪਹਿਲਾ ਸ਼ਾਬਾਸ਼ ਆਪ ਕੀਤਾ, ਦੂਜੇ ਰੰਗ ਚੜਾ ਕੋਟ ਢੋਲਾ ਲਾਹੌਰ ਦਾ ਗੁਰੂ ਨੇ ਫਰਮਾ ਮਿਰਚਾਂ ਚੁੱਕਾ ਛਾਣ ਕੇ ਗੋਲਾ ਲਿਆ ਬਣਾ। ਪੱਟੀ ਤੇਰੀ ਮਲੇਸ਼ ਖਾਨਾ ਖਰਾਬ ਹੋਏ ਅੱਗੇ ਝਾੜ ਸਿੰਘ ਜਾਣਗੇ ਸ਼ਿਕਾਰ 12 ਕੋ ਦੀ ਯਾਰ 24 ਕੋ ਦੇ ਪੜਾ। ਨਿਰਮਲ ਹੋ ਜਾ ਪਾਪੀਆ ਲੋਕਾ ਸ਼੍ਰੀ ਸਾਹਿਬ ਨਾਕ ਨੂੰ ਮੰਗਦਾ ਫਿਰੇ ਜਗਤ ਨੂੰ ਟੂਟਾ ਤੇਰੇ ਹੱਥ ਨੂੰ ਲੁੜੇ ਦੇਸ਼ੋਂ ਪ੍ਰਦੇਸ਼ ਝੂਠਿਆ ਲੋਕਾਂ ਮੂੰਹ 'ਚ ਡੱਕਾ ਬਿੜ ਬਿੜ ਤੱਕੇ ਬੋਲ ਨਾ ਸਕੇ। ਮਾਰਿਆ ਗੁਰੂ ਰਾਏ ਸਾਹਿਬ ਜੀ ਦਾ ਧੱਕਾ ਛੱਕੇ ਬਾਬੇ ਨਾਨਕ ਦੇ ਦਿਨ ਕੱਢ ਲਾ ਤੂੜੀ ਵਾਲੇ ਅੰਦਰ ਵੜ ਕੇ ਆਜੂ ਤਰਨਾ ਦਾ ਚੜ ਕੇ ਲੈ ਜੂ ਲੱਡੀ ਪੁੱਜੀ ਫੜ ਕੇ। ਸ਼ਹੀਦੋ ਸਿੰਘੋ ਮਾਰਾ ਬਹਿਣਾ ਨਾ ਪਾਏ ਖਲੋਣਾ ਨਾ ਪਾਏ ਟੂਟਾ ਨਾ ਮੋਹ ਪਿਆਰ ਜੰਮਦਾ ਮਰਦਾ ਰਹੇ ਵਾਰੋ ਵਾਰ। ਮਹਾਪੁਰਸ਼ਾਂ ਨੇ ਤੂੜੀ ਦਾ ਬਹੁਤ ਵੱਡਾ ਸਟਾਕ ਜਮ੍ਹਾਂ ਕੀਤਾ ਹੋਇਆ ਹੈ ਤਾਂ ਕਿ ਅਗਰ ਕਦੇ ਚਾਰੇ ਦੀ ਕਿੱਲਤ ਆ ਜਾਵੇ ਤਾਂ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਜ਼ਿੰਦਗੀ ਗੁਜ਼ਰੇ ਜੋ ਫਲ ਚਾਵਾਂ ਤੈਥੋਂ ਪਾਵਾਂ। ਸਤਿਨਾਮ
ये तुसी की कर रहे हो? ਇਹ ਜੀ ਉਹ ਗਾਵਾਂ ਵਾਸਤੇ ਸੇਵ ਕੀਤੀ ਤੂੜੀ ਰੱਖੀ ਆ ਜੀ। ਬਾਹਰਲੇ ਪਿੰਡਾਂ ਤੋਂ ਜੋ ਸੰਗਤ ਲੈ ਕੇ ਆਏ ਜੀ, ਜਿਵੇਂ ਬਾਬਾ ਜੀ ਇਹਨਾਂ ਦੀਆਂ ਪੈੜੀਆਂ ਆਪਣੀਆਂ ਉਹਨਾਂ ਦੇ ਵਿੱਚੋਂ ਬਣਾ ਕੇ ਬਾਕੀ ਤੂੜੀ ਤੇ ਸੇਵ ਕਰਕੇ ਰੱਖੀ ਸਾਰੇ ਜੀ। ਤੇ ਤੂੜੀ ਗਾਵਾਂ ਦੇ ਗਾੜੀ ਪਾਉਣ ਜਾ ਰਹੇ ਹਾਂ ਜੀ। ਤੇ ਸਾਰੀ ਤੂੜੀ ਬਾਬਾ ਜੀ ਬਣਾਉਂਦੇ ਨੇ ਜਾਂ ਸੰਗਤਾਂ ਬਾਹਰੋਂ ਲੈ ਕੇ ਆਉਂਦੀਆਂ? ਇਹ ਜ਼ਿਆਦਾ ਤੇ ਸੰਗਤ ਬਾਹਰੋਂ ਟਰਾਲੀਆਂ ਦੇ ਵਿੱਚ ਲੈ ਕੇ ਆਉਂਦੀ ਆ ਜੀ। ਹਾਂਜੀ, ਇਹ ਜਿੰਨੀ ਤੂੜੀ ਵਿੱਚ ਪਈ ਨਾ ਜੀ ਇੱਧਰ ਸਾਰੇ ਸਾਈਡ ਤੇ, ਇਹ ਬਾਬਾ ਜੀ ਅੱਧੀ ਤੂੜੀ ਦੇ ਆਪਣਾ ਜਿਹੜੀ ਬਾਬਾ ਜੀ ਨੇ ਪੈੜੀਆਂ ਉੱਥੋਂ ਆਈ ਹੈ ਜੀ। ਤੇ ਬਾਕੀ ਤੂੜੀ ਆ ਜੀ ਜਿਹੜੀ ਹੈ ਨਾ ਇਹ ਸੰਗਤ ਲੈ ਕੇ ਆਈ ਹੈ ਜੀ। ਤੇ ਸਾਰੀ ਤੂੜੀ ਸੇਵ ਕਰਕੇ ਰੱਖੀ ਹੈ ਜੀ। ਇਹ ਗਊਆਂ ਵਾਸਤੇ ਆ ਜੀ, ਕੋ ਮੱਝਾਂ ਜਿਹੜੀਆਂ ਇੱਥੇ ਬਾਬਾ ਜੀ ਦੀਆਂ ਉਹਨਾਂ ਵਾਸਤੇ। ਬਾਬਾ ਜੀ ਇੱਕ ਚੀਜ਼ ਹੈ, ਇਹ ਬੀਬੀ ਜੀ ਖੁਰਲੀ ਹੈ ਜਿਵੇਂ ਅਸੀਂ ਕਈ ਗਾਈਆਂ ਨੂੰ ਚਾਰਾ ਪਾਉਂਦੇ ਹਾਂ। ਇਹ ਸਭ ਤੋਂ ਦੁਨੀਆ ਦੇ ਵੱਡੇ ਕੁਦਰਤ ਤੁਸੀਂ ਮਗਰ ਤੱਕ ਵੇਖ ਸਕਦੇ ਹੋ। ਇਸ ਵਿੱਚ ਅਸੀਂ 10,000 ਜਾਂ 15,000 ਗਾਈਆਂ ਨੂੰ ਇੱਕ ਵਾਰ ਚਾਰਾ ਖਵਾ ਸਕਦੇ ਹਾਂ। ਵਾਹਿਗੁਰੂ ਖੁਰਲੀ ਜਿਸ ਵਿੱਚ ਗਾਵਾਂ ਚਾਰਾ ਖਾਂਦੀਆਂ ਨੇ, ਤੇ ਸ਼ਾਇਦ ਇਹ ਦੁਨੀਆ ਦੀ ਸਭ ਤੋਂ ਵੱਡੀ ਖੁਰਲੀ ਹੈ, ਜਿਸ ਵਿੱਚ ਇੱਕੋ ਸਮੇਂ ਹਜ਼ਾਰਾਂ ਗਾਵਾਂ ਆਪਣਾ ਚਾਰਾ ਖਾ ਸਕਦੀਆਂ ਨੇ। ਤੁਸੀਂ ਦੇਖ ਸਕਦੇ ਹੋ ਇੱਕ ਪਾਸਿਓਂ ਸ੍ਰੀ ਵਾਹਿਗੁਰੂ ਕਿੰਨੀ ਵੱਡੀ ਤੇ ਕਿੰਨੀ ਲੰਬੀ। ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ। ਸਾਡੀ ਤੇਰੇ ਹੱਥ ਦਿੱਤੀ ਹੋਈ ਡੋਰ ਰੱਖ ਲੈ ਗਰੀਬ ਜਾਣ ਕੇ। ਇਸੇ ਮੈਦਾਨ ਦੇ ਤੇਰੇ ਹੱਥ ਦਿੱਤੀ ਹੋਈ ਡੋਰ ਰੱਖ ਲੈ ਗਰੀਬ ਜਾਣ ਕੇ। ਸਾਡਾ ਤੇਰੇ ਤੋਂ ਬਗੈਰ ਹੈ ਨੀ ਹੋਰ, ਰੱਖ ਲੈ ਗਰੀਬ ਜਾਣ ਕੇ। ਵਾਹਿਗੁਰੂ ਰੱਖ ਲੈ ਗਰੀਬ ਜਾਣ ਕੇ। ਦਾਤਾ ਰੱਖ ਲੈ ਗਰੀਬ ਜਾਣ ਕੇ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਯਾਰ ਵੀ ਕਦੇ ਵੇਲਾ ਵਕਤ ਮਿਲਦਾ ਵਾਹਿਗੁਰੂ ਤਾਂ ਉਹ ਕਰਕੇ ਦੇ ਵਾਹਿਗੁਰੂ 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 ਵਾਹਿਗੁਰੂ। ਰੱਖ ਚਰਨਾਂ ਦੇ ਕੋਲ ਵੇ ਪਿਆਰੇ, ਔਗਣ ਸਾਡੇ ਨਾ ਫੋਲ ਵੇ ਪਿਆਰੇ। ਤੇਰੀ ਓਟ ਸਹਾਰਾ ਤੇਰਾ, ਤੂੰ ਸਾਹਿਬ ਮੈਂ ਮੰਗਤਾ ਤੇਰਾ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ। ਜਿਵੇਂ ਕਿ ਸਿੱਖ ਧਰਮ ਵਿੱਚ ਸੇਵਾ ਨੂੰ ਮਹੱਤਤਾ ਦਿੱਤੀ ਗਈ ਹੈ, ਉਵੇਂ ਹੀ ਸਰੀਰਕ ਤੇ ਮਾਨਸਿਕ ਮਜ਼ਬੂਤੀ ਲਈ ਵੀ ਇਸ ਨੂੰ ਕਾਫੀ ਇੰਪੋਰਟੈਂਸ ਦਿੱਤੀ ਗਈ ਹੈ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਹਰ ਸਾਹ ਦੇ ਨਾਲ ਦੁਨੀਆ ਹਮੇਸ਼ਾ ਵਕਤ ਦੇ ਨਾਲ ਚੱਲਦੀ ਹੈ, ਪਰ ਕੁਝ ਮਹਾਪੁਰਸ਼ ਐਸੇ ਹੁੰਦੇ ਨੇ ਜੋ ਨਵੇਂ ਪੂਰਨੇ ਪਾ ਜਾਂਦੇ ਨੇ, ਤਾਂ ਕਿ ਜਿਸ ਤੇ ਚੱਲ ਕੇ ਲੋਕ ਆਪਣੀ ਜ਼ਿੰਦਗੀ ਜੀ ਸਕਣ। ਅਜਿਹੇ ਹੀ ਇੱਕ ਮਹਾਪੁਰਸ਼ ਹੋਏ ਨੇ ਬਾਬਾ ਪਾਲਾ ਸਿੰਘ ਜੀ।
ਬਾਬਾ ਬਕਾਲਾ ਸਾਹਿਬ ਦੇ ਇਤਿਹਾਸ ਵਿੱਚ ਅਗਰ ਇਹਨਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਉਹ ਇਤਿਹਾਸ ਅਧੂਰਾ ਹੋਵੇਗਾ। सतगुर की सेवा सफल है जे को करे चित लाए, अपने सेवक की आपे राखे, अपने सेवक की आपे राखे, अपने सेवक की आपे नाम जपावे, आपे नाम जपावे, अपने सेवक की आपे राखे, अपने सेवक की आपे काज कीरत सेवक की कहाँ कहाँ उठता है, सेवक को निकटे होए दिखावे, निकटे होए दिखावे, आपे नाम जपावे, अपने सेवक की आपे अपने सेवक की आपे नाम जपावे, आपे नाम जपावे, आपे नाम जपावे, अपने सेवक की आपे राखे, अपने सेवक काज कीरत सेवक की कहाँ कहाँ उठता है, सेवक को निकटे होए दिखावे, निकटी होए दिखावे। बाबे पाला होने बहुत सेवा की, 35 साल सेवा की बाबा पाला होने। बाबे बेरन सोनी महापुरुष वड्डे है ब्रह्म ज्ञानी, ये बाबे कीर्तन सिंह जी आए, बाबे मक्खन सोह नहीं आए, हाजर आए बाबा नंबरदार गज्जन सोह, ये उन्होंने मत्था भी टेकना जो आखना वड्डिया साधु ना टेको, सानू रब ना बनाओ, ब्रह्म ज्ञानी साधु बेटे नहीं वेखने किसी मत्था नहीं टिकाना, सियाल दे पानी खड़ोते रहना, गर्मियां धुप्पे खड़ोते रहना, ते गऊ माता की एडी सेवा करनी, आखना कोई वेखी नहीं डिगी डठी, जाओ लियाओ चौके कोई थलो कि पासा थलो कि दवाई लवाओ, ते महाराज जी जिथे किथे गड्डियां दे लद लद लाने, लिखिया पानी पियालना, इहो जिहा साधु किते जम चले आ। इन्हां सेवादार बहुत वड्डे सेवादार ब्रह्म ज्ञानी बाबे पाला होना दी कोई खेड ही निहारी वेखो जी कितना गऊआ भौड़ा आ फड़ना, सारी सारी सौना ही नहींगा, किते छत थले नहीं महाराज आज ताईं सुते, छत थले नहीं सुते, ते उन्हां नमस्कार करनी, ਅਸੀਂ ਦੂਰੋਂ ਆਰੋ ਮੱਥਾ ਟੇਕਣਾ, ਪੈਰੀਆਂ ਲਾਉਣਾ, ਵੱਡੇ ਭਰਾ ਸਾਡੇ ਗੋਤੀ ਭਰਾ ਉਹਨਾਂ ਨੇ ਆਪਣਾ ਲੋਗਾ ਨਗਰ ਸਾਡਾ ਕਲੇਰ ਨਗਰ, ਸਾਡੇ ਗੋਤੀ ਭਰਾ ਕਲੇਰੀ ਉਹ ਕਲੇਰੀ ਆਈਆਂ, ਤੇ ਸਾਡੇ ਨਾਲ ਸਾਧੂਆਂ ਨਾਲ ਬਹੁਤ ਪ੍ਰੇਮ ਆ, ਬਹੁਤ ਵੱਡੀ ਖੇਡ ਹੀ ਰਹੀ ਸੀ। ਅਸੀਂ ਉਹਨਾਂ ਨੂੰ ਵੱਡੇ ਅਸੀਂ ਪਹਿਲੋਂ ਆਉਂਦੇ ਨੇ ਸੇਵਾ ਦੇ, ਸਾਡੇ ਦਲ ਪੰਥ ਦੇ ਵਿੱਚ ਰਿਸ਼ਤੇਦਾਰੀ ਵੀ ਆ, ਸਾਡਾ ਭਰਾ ਵੀ ਸ਼ਹੀਦ ਹੋਇਆ ਹੋਇਆ ਨਿਸ਼ਾਨ ਉਹਦਾ, ਤੇ ਇੱਦਾਂ ਕਰਕੇ ਬਹੁਤ ਉਹਨਾਂ ਦੀ ਗੱਲ ਕੋਈ ਕਹਿਣ ਵਾਈ ਨਹੀਂ ਹੈ। ਬਾਬਿਆਂ ਉਹਨਾਂ ਨੇ ਬਾਬੇ ਬੇਰਸੋਂ ਦੀ ਕੋਈ ਗੱਲ ਕਹਿਣ ਵਾਈ ਨਹੀਂ ਹੈਗੀ, ਉਹਨਾਂ ਯਾਰ ਕੋ ਛੋਟਾ ਫੜਾ ਕੇ ਤੋੜਤਾ, ਬਰਸੀ ਦੇ ਬਾਟਾ ਲਓ ਜੀ ਜਾਓ ਗਾਈਆਂ ਤੇ ਚਲੋ ਸੇਵਾ, ਪਰ ਜੋ ਬਰਸੀ ਦੇ ਬਾਟਾ ਨਹੀਂ ਉਹਨਾਂ ਨੇ ਕੋਲ ਰਿਹਾ ਜੀ, ਅਜੇ ਵੀ ਹਾਜ਼ਰ ਨਾ ਉਹਨਾਂ ਨੇ ਕੋ ਬਰਸੀ ਇੱਕ ਬਰਸੀ ਹੋਰ ਜਿਹੜੀ ਉਹ ਸਰਕਾਰ ਕਰਤਾ ਹੋਈ ਬਾਟਾ ਉਹਨਾਂ ਮਾਂ ਪੁੱਛਿਆ ਉਹਨਾਂ ਦੀ ਖੇਡ ਹੀ ਵੇਖ ਲਓ ਤੁਸੀਂ, ਆ ਵੀ ਡੈ ਕਰਨਾ ਉਹ ਕੀਤੀ ਨਹੀਂ ਜਾਂਦੀ ਮਾਂ ਪੁੱਛਿਆ ਦੀ ਖੇਡ, ਹੋਰ ਕੋਈ ਪੁੱਛਿਆ ਪਾਸੇ ਨਹੀਂ ਆ ਮਾਂ ਪੁੱਛਿਆ ਦੇ ਨਾਲ ਹੀ ਮਾਂ ਪੁੱਛਿਆ ਦੀ ਜੀਵਨ ਦੀ ਘਟਨਾ ਸੁਣਾ ਦਿਓ, ਕਿੰਨਾ ਜੋ ਪਾਸੇ ਜਿਹੜਾ ਗਊਆਂ ਦੇ ਵਿੱਚ ਬੱਚਾ ਠੀਕ ਸੇਵਾ ਬਾਹਰ ਨਿਭਾਈ ਉਹਨਾਂ ਨੇ, ਗਊਆਂ ਦੇ ਵਿੱਚ ਰੱਖ ਕੇ ਬੱਚਾ ਠੀਕ ਹੋਇਆ ਉਹ ਦੱਸ ਦਿਓ। ਬੜੇ ਜੀ ਕਈਆਂ ਨੇ ਕੈਂਸਰ ਢਾਈ ਆ, ਕਈਆਂ ਨੇ ਬੱਚੇ ਗੁੰਗੇ ਬੋਲਣ ਸਿਖਾਏ ਆ, ਕਈਆਂ ਨੂੰ ਕੁਛ ਕਈ ਗੁੰਗਿਆਂ ਨੂੰ
गौ माता ने आखना जल दियो गौ माता ये बाबा माड़ी पूरा आया वा बड़ा सारा बाबा ये ना सोनी साहब ये बड़ा माड़ी पूरा पटियाला जसेरा आया बाबा माड़ी पूरा भुल्लर इतने आके कोई कोने ने कोल राजी होते उन्हें आखना जाओ सोनी मत्था टेकाओ सोनी प्रसाद करो गौ माता ने मत्था टेको जो कायम होना वा इन्होंने गौ माता की मेहरबानी होना बाबा पाला हो कितने कोई शे कि धुप हो कि गर्मियां हो सर्दियां हो के छत थले नहीं सकते महाराज पक्का लाना आखना ना 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 चलो ना बहुत ज्यादा जी शरोगना दो लख के वोट आ लड्डू कुत्तिया कहते की कह दिया गल मच्छियां गलियां मच्छियां भी रोंदियां महाराज हाथ रोड़ा ही रोड़ा मच्छियां भी रोन डी जानवर रोने जानवर उन्होंने खेड को दसन आई नहीं कि ना ही दस सकते ना ही महाराज साग वाली महिमा एडी वड्डी आ संग ना रहा रहा इन्हें पुछो बहुत वड्डी वाधा घाटा इन्होंने पुछ लो ये वो जगह है जिथे सचखंड वासी बाबा पाला सिंह जी का अंतिम संस्कार किया गया। संगतां रोज़ इत्थे आउंदियां ते सतनाम वाहिगुरू दा जाप करदियां। पता नहीं कित्थों कित्थों इस जगह ते बाबा जी दा अस्थान बनाउण वास्ते गुप्त चढ़ावा आउण लगा ते फिर गुरुद्वारा साहिब दी सेवा शुरू हो गई। सुख होवे तां शुक्र मनावा दुख हो